ਸਾਡਾ ਦੇਸ਼ ਹਿੰਦੁਸਤਾਨ, ਜਿੱਥੇ ਪਤਾ ਹੀ ਨਹੀਂ ਕਿੰਨੇ ਕੁ ਮਹਾਨ ਯੋਧਿਆਂ ਨੇ ਜਨਮ ਲਿਆ। ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਹੁਤ ਸਾਰੇ ਮਹਾਨ ਯੋਧਿਆਂ ਦਾ ਜ਼ਿਕਰ ਬਹੁਤ ਹੀ ਘੱਟ ਜਾਂ ਬਿਲਕੁਲ ਨਾ ਮਾਤਰ ਹੀ ਸੁਣਨ ਨੂੰ ਮਿਲਦਾ ਹੈ। ਪਰੰਤੂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਹਾਨ ਯੋਧੇ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ, ਜਿਸ ਨੂੰ ਅਫਗਾਨੀਆਂ ਦਾ ਕਾਲ ਵੀ ਕਿਹਾ ਜਾਂਦਾ ਸੀ। ਅਫਗਾਨੀਆਂ ਦੀ ਵੱਡੀ ਤੋਂ ਵੱਡੀ ਸਲਤਨਤ ਵੀ ਇਸ ਸਿੱਖ ਯੋਧੇ ਦੇ ਨਾਮ ਨੂੰ ਸੁਣ ਕੇ ਕੰਬਣ ਲੱਗ ਜਾਂਦੀ ਸੀ। ਉਹ ਇਕੱਲਾ ਸਿੱਖ ਹੀ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੀ ਨੀਂਦ ਸਲਾਉਣ ਦੀ ਤਾਕਤ ਰੱਖਦਾ ਸੀ। ਅਸੀਂ ਇਤਿਹਾਸ ਦੇ ਪੰਨਿਆਂ ਵਿੱਚੋਂ ਇਸ ਮਹਾਨ ਸਿੱਖ ਯੋਧੇ ਦੀਆਂ ਕਹਾਣੀਆਂ ਲੱਭ ਕੇ ਲਿਆਏ ਹਾਂ ਕਿ ਕਿਵੇਂ ਇਸ ਮਹਾਨ ਯੋਧੇ ਨੇ 14 ਸਾਲ ਦੀ ਉਮਰ ਵਿੱਚ ਪੂਰੇ ਅਫਗਾਨਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਕਿਵੇਂ ਉਸਨੇ ਆਖਰੀ ਦਮ ਤੱਕ ਆਪਣੀ ਧਰਤੀ ਦੀ ਇੱਜ਼ਤ ਨੂੰ ਬਚਾ ਕੇ ਰੱਖਿਆ। ਇਹ ਕਹਾਣੀ ਇਤਿਹਾਸ ਦੇ ਸਭ ਤੋਂ ਵੱਡੇ ਯੋਧੇ ਹਰੀ ਸਿੰਘ ਨਲੂਏ ਦੀ ਹੈ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਭਾਰਤ ਦੇ ਜ਼ਿਆਦਾਤਰ ਲੋਕ ਅੱਜ ਵੀ ਹਰੀ ਸਿੰਘ ਨਲੂਏ ਦੀ ਬਹਾਦਰੀ ਬਾਰੇ ਨਹੀਂ ਜਾਣਦੇ। ਪਰੰਤੂ ਇਸ ਤੋਂ ਵੀ ਵੱਧ ਮਾਣ ਦੀ ਗੱਲ ਇਹ ਹੈ ਕਿ ਹਰੀ ਸਿੰਘ ਨਲੂਏ ਦੀ ਬਹਾਦਰੀ ਦੇ ਕਿੱਸੇ ਦੇਸਾਂ ਵਿਦੇਸ਼ਾਂ ਤੱਕ ਫੈਲੇ ਹੋਏ ਹਨ। ਇਹ ਗੱਲ ਸੰਨ 2014 ਦੀ ਹੈ, ਜਦੋਂ ਆਸਟ੍ਰੇਲੀਆ ਦੀ ਵਿਸ਼ਵ ਪ੍ਰਸਿੱਧ ਮੈਗਜ਼ੀਨ ਨੇ ਹਰੀ ਸਿੰਘ ਨਲੂਏ ਨੂੰ ਇਤਿਹਾਸ ਦਾ ਸਭ ਤੋਂ ਮਹਾਨ ਜੇਤੂ ਘੋਸ਼ਿਤ ਕਰ ਦਿੱਤਾ ਸੀ। ਇਸ ਮਹਾਨ ਯੋਧੇ ਦੀ ਬਹਾਦਰੀ ਦੀ ਕਲਪਨਾ ਤੁਸੀਂ ਇਸ ਗੱਲ ਤੋਂ ਕਰ ਸਕਦੇ ਹੋ ਕਿ ਜਦੋਂ ਅਮਰੀਕਾ ਅਤੇ ਅਫਗਾਨਿਸਤਾਨ ਦਾ ਯੁੱਧ ਸਿਖਰ 'ਤੇ ਸੀ, ਉਦੋਂ ਸਾਰੇ ਅਮਰੀਕੀ ਜਰਨੈਲ ਆਪਣੇ ਸੈਨਿਕਾਂ ਵਿੱਚ ਜੋਸ਼ ਭਰਨ ਲਈ ਹਰੀ ਸਿੰਘ ਨਲੂਏ ਦੇ ਕਿੱਸੇ ਸੁਣਾਇਆ ਕਰਦੇ ਸਨ। ਹਰੀ ਸਿੰਘ ਇੱਕ ਅਜਿਹਾ ਨਾਮ ਸੀ ਜਿਸ ਨੂੰ ਸੁਣ ਕੇ ਸਾਰੇ ਅਫਗਾਨੀ ਥਰ-ਥਰ ਕੰਬਦੇ ਸਨ। ਯੁੱਧ ਦੇ ਮੈਦਾਨ ਵਿੱਚ ਪਤਾ ਹੀ ਨਹੀਂ ਕਿੰਨੀ ਵਾਰ ਹਰੀ ਸਿੰਘ ਨੇ ਆਪਣੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ, ਜਿਸ ਕਰਕੇ ਉਹਨਾਂ ਦੇ ਮਨ ਵਿੱਚ ਅਜਿਹਾ ਡਰ ਬੈਠ ਗਿਆ ਕਿ ਅਫਗਾਨਿਸਤਾਨ ਦਾ ਵੱਡੇ ਤੋਂ ਵੱਡਾ ਯੋਧਾ ਵੀ ਹਰੀ ਸਿੰਘ ਨਲੂਏ ਦਾ ਸਾਹਮਣਾ ਕਰਨ ਤੋਂ ਘਬਰਾਉਂਦਾ ਸੀ। ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਦੇ ਗੁਜਰਾਂਵਾਲਾ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਇਕਲੌਤੀ ਸੰਤਾਨ ਦਾ ਜਨਮ ਹੋਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਸਿਰਫ 7 ਸਾਲ ਦੀ ਉਮਰ ਵਿੱਚ ਹੀ ਉਸ ਬਾਲਕ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਬੱਚੇ ਦਾ ਨਾਮ ਹਰੀ ਸਿੰਘ ਸੀ। ਉਸ ਸਮੇਂ ਉਸ ਦੀ ਉਮਰ ਸਿਰਫ 10 ਸਾਲ ਦੀ ਸੀ। ਜਦੋਂ ਉਸਨੇ ਅਸਤਰ ਸ਼ਾਸਤਰ, ਮਾਰਸ਼ਲ ਆਰਟ ਅਤੇ ਘੋੜਸਵਾਰੀ ਦੀ ਸਿਖਲਾਈ ਪੂਰੀ ਕਰ ਲਈ ਸੀ। ਯੋਧੇ ਹਰੀ ਸਿੰਘ ਨਲੂਏ ਨੂੰ ਆਪਣੇ ਬਲ ਅਤੇ ਹਮਲੇ ਦਾ ਇੱਕ ਛੋਟਾ ਜਿਹਾ ਨਮੂਨਾ ਦਿਖਾਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਸੰਨ 1805 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪ੍ਰਤੀਯੋਗਤਾ ਆਯੋਜਿਤ ਕੀਤੀ, ਜਿੱਥੇ ਹਰੀ ਸਿੰਘ ਵਰਗੇ ਮਹਾਨ ਯੋਧਿਆਂ ਦੀ ਖੋਜ ਹੋ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਉਸ ਛੋਟੇ ਬੱਚੇ ਦੀ ਹਿੰਮਤ ਅਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਖੁਸ਼ ਹੋ ਕੇ ਉਸ ਨੂੰ ਸੈਨਾ ਦੀ ਇੱਕ ਟੁਕੜੀ ਦਾ ਸੈਨਾਪਤੀ ਘੋਸ਼ਿਤ ਕਰ ਦਿੱਤਾ। ਜਿਸ ਨੂੰ ਵੀ ਇਹ ਗੱਲ ਦਾ ਪਤਾ ਲੱਗਦਾ ਸੀ, ਉਸ ਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਦੀ ਇੱਕ ਟੁਕੜੀ, ਜਿਸ ਵਿੱਚ 800 ਸੈਨਿਕ ਹਨ, ਉਸ ਦੀ ਕਮਾਂਡ ਇੱਕ 14 ਸਾਲ ਦੇ ਬੱਚੇ ਨੂੰ ਸੌਂਪ ਦਿੱਤੀ ਹੈ। ਇਤਿਹਾਸਕਾਰ ਲਿਖਦੇ ਹਨ ਕਿ ਯੁੱਧ ਦੇ ਮੈਦਾਨ ਵਿੱਚ ਹਰੀ ਸਿੰਘ ਦੇ ਦੋਨਾਂ ਹੱਥਾਂ ਵਿੱਚ ਸਿਰਫ ਤਲਵਾਰ ਹੀ ਨਹੀਂ, ਬਲਕਿ ਦੁਸ਼ਮਣਾਂ ਦੀ ਜ਼ਿੰਦਗੀ ਜੂਝਦੀ ਨਜ਼ਰ ਆਉਂਦੀ ਸੀ। ਉਸ ਦੀਆਂ ਬਾਹਾਂ ਵਿੱਚ ਇਤਨੀ ਤਾਕਤ ਸੀ ਕਿ ਉਸ ਦੇ ਇੱਕ ਵਾਰ ਨਾਲ ਹੀ ਦੁਸ਼ਮਣ ਦਾ ਸਰੀਰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ। ਕਮਾਲ ਦੀ ਗੱਲ ਤਾਂ ਇਹ ਸੀ ਕਿ ਸੂਰਮੇ ਹਰੀ ਸਿੰਘ ਨੇ ਨਾ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ, ਬਲਕਿ ਜੰਗ ਵਿੱਚ ਦੁਸ਼ਮਣਾਂ ਨਾਲ ਪੂਰੀ ਤਾਕਤ ਨਾਲ ਲੋਹਾ ਵੀ ਲਿਆ। ਹਰੀ ਸਿੰਘ ਆਪਣੇ ਯੁੱਧ ਕੌਂਸਲ ਨਾਲ ਲਗਾਤਾਰ ਕੋਈ ਨਾ ਕੋਈ ਵੱਡਾ ਕਾਰਨਾਮਾ ਕਰਦਾ ਰਹਿੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੀਆਂ ਨਜ਼ਦੀਕੀਆਂ ਬਹੁਤ ਹੱਦ ਤੱਕ ਵੱਧ ਗਈਆਂ ਸਨ। ਹਰੀ ਸਿੰਘ ਨਲੂਆ ਅਕਸਰ ਹੀ ਮਹਾਰਾਜਾ ਨਾਲ ਸ਼ਿਕਾਰ ਖੇਡਣ ਜਾਇਆ ਕਰਦਾ ਸੀ। ਇੱਕ ਵਾਰ ਸ਼ਿਕਾਰ ਦੌਰਾਨ ਇੱਕ ਖੂੰਖਾਰ ਬਾਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ 'ਤੇ ਹਮਲਾ ਕਰ ਦਿੱਤਾ।
ਵਾਗ ਦਾ ਇਹ ਹਮਲਾ ਹਰੀ ਸਿੰਘ ਉੱਤੇ ਹੋਇਆ ਸੀ, ਜਿਸ ਕਰਕੇ ਉਸ ਦਾ ਘੋੜਾ ਮਾਰਿਆ ਗਿਆ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਹਰੀ ਸਿੰਘ ਨੂੰ ਆਪਣੀ ਤਲਵਾਰ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਇਹ ਵਾਗ ਉਸ ਨੂੰ ਦੱਬਣ ਲਈ ਸਾਹਮਣੇ ਮੂੰਹ ਖੋਲ੍ਹ ਕੇ ਖੜਾ ਸੀ। ਇਹੋ ਜਿਹੀ ਸਥਿਤੀ ਵਿੱਚ ਵੱਡੇ ਤੋਂ ਵੱਡਾ ਵੀਰ ਵੀ ਕੁਝ ਨਹੀਂ ਕਰ ਸਕਦਾ ਸੀ, ਪਰੰਤੂ ਹਰੀ ਸਿੰਘ ਵਾਗ ਦੇ ਸਾਹਮਣੇ ਖਾਲੀ ਹੱਥ ਇਸ ਤਰ੍ਹਾਂ ਖੜਾ ਸੀ ਜਿਵੇਂ ਕਿ ਉਸ ਨੂੰ ਪਤਾ ਹੀ ਨਾ ਹੋਵੇ ਕਿ ਡਰ ਕਿਸ ਬਲਾ ਦਾ ਨਾਮ ਹੈ। ਉਸਨੇ ਬੜੀ ਫੁਰਤੀ ਨਾਲ ਆਪਣੇ ਦੋਨਾਂ ਹੱਥਾਂ ਨਾਲ ਵਾਗ ਦੇ ਜਵਾੜੇ ਨੂੰ ਫੜ ਲਿਆ ਅਤੇ ਦੇਖਦੇ ਹੀ ਦੇਖਦੇ ਉਸ ਦਾ ਮੂੰਹ ਦੋ ਫਾੜ ਕਰ ਦਿੱਤਾ। 14 ਸਾਲ ਦੇ ਉਸ ਬੱਚੇ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਸਨ। ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਜੋੜ ਦਿੱਤਾ ਗਿਆ, ਜਿਸ ਦਾ ਅਰਥ ਹੈ ਬਾਘ ਨੂੰ ਮਾਰਨ ਵਾਲਾ। ਹੁਣ ਪੂਰੇ ਹਿੰਦੁਸਤਾਨ ਦੇ ਲੋਕ ਹਰੀ ਸਿੰਘ ਨੂੰ ਹਰੀ ਸਿੰਘ ਨਲੂਆ ਦੇ ਨਾਮ ਨਾਲ ਬੁਲਾਉਣ ਲੱਗੇ। ਹਰੀ ਸਿੰਘ ਨਲੂਏ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਹਰ ਲੜਾਈ ਵਿੱਚ ਆਪਣੀ ਬਹਾਦਰੀ ਦੇ ਵੱਖੋ ਵੱਖਰੇ ਜੋਹਰ ਦਿਖਾਏ ਅਤੇ ਫਤਿਹ ਹਾਸਲ ਕੀਤੀ। ਉਸਨੇ 1813 ਵਿੱਚ ਅਟਕ, 1814 ਵਿੱਚ ਕਸ਼ਮੀਰ, 1816 ਵਿੱਚ ਅਹਿਮਦਕੋਟ, 1818 ਵਿੱਚ ਮੁਲਤਾਨ, 1822 ਵਿੱਚ ਮਨਕੇਰਾ ਅਤੇ 1823 ਵਿੱਚ ਨੌਸ਼ਹਿਰਾ ਸਮੇਤ ਬਹੁਤ ਸਾਰੇ ਯੁੱਧਾਂ ਵਿੱਚ ਦੁਸ਼ਮਣਾਂ ਨੂੰ ਹਰਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। ਸੰਨ 1836 ਈਸਵੀ ਵਿੱਚ ਹਰੀ ਸਿੰਘ ਨੇ ਜਮਦੌਰ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ। ਇਹ ਘਟਨਾ 1838 ਈਸਵੀ ਦੀ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਦੀ ਸ਼ਾਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਾਦੀ ਵਿੱਚ ਬ੍ਰਿਟਿਸ਼ ਕਮਾਂਡਰ ਇਨ ਚੀਫ ਨੂੰ ਵੀ ਬੁਲਾਇਆ ਸੀ। ਬ੍ਰਿਟਿਸ਼ ਕਮਾਂਡਰ ਦੇ ਸਾਹਮਣੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਪੰਜਾਬ ਦੇ ਸਾਰੇ ਸਿਪਾਹੀਆਂ ਨੂੰ ਬੁਲਾਇਆ ਗਿਆ। ਅਫਗਾਨੀਆਂ ਨੂੰ ਵੀ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਹਰੀ ਸਿੰਘ ਵੀ ਇਸ ਸ਼ਾਦੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਗਿਆ ਹੋਵੇਗਾ। ਇਸ ਗੱਲ ਦਾ ਫਾਇਦਾ ਉਠਾ ਕੇ ਦੁਸ਼ਮਣਾਂ ਨੇ ਯਮਰਾਓ ਤੇ ਹਮਲਾ ਕਰਨ ਦੀ ਯੋਜਨਾ ਬਣਾਈ, ਪਰੰਤੂ ਅਜਿਹਾ ਨਹੀਂ ਸੀ। ਹਰੀ ਸਿੰਘ ਨਲੂਏ ਨੂੰ ਆਪਣੇ ਵਿਰੁੱਧ ਸਾਜ਼ਿਸ਼ ਦੀ ਭਿਣਕ ਪਹਿਲਾਂ ਹੀ ਲੱਗ ਚੁੱਕੀ ਸੀ ਕਿ ਮੇਰੇ ਜਾਣ ਤੋਂ ਬਾਅਦ ਜਮਰਾਓ ਤੇ ਹਮਲਾ ਹੋ ਸਕਦਾ ਹੈ। ਇਸ ਕਰਕੇ ਉਹ ਪਸ਼ਾਵਰ ਵਿੱਚ ਹੀ ਰੁਕ ਗਿਆ। ਫਿਰ ਉਹੀ ਹੋਇਆ ਜਿਸ ਦੀ ਉਮੀਦ ਯੋਧੇ ਹਰੀ ਸਿੰਘ ਨਲੂਏ ਨੇ ਪਹਿਲਾਂ ਹੀ ਕਰ ਰੱਖੀ ਸੀ। ਵਿਰੋਧੀਆਂ ਨੇ ਜਮਰਾਓ ਤੇ ਚੜ੍ਹਾਈ ਕਰ ਦਿੱਤੀ। ਜਮਰਾਓ ਦੇ ਉਸ ਕਿਲੇ ਵਿੱਚ ਹਰੀ ਸਿੰਘ ਦੇ ਉਸ ਸਮੇਂ 600 ਸੈਨਿਕ ਸਨ। ਹਰੇਕ ਸੈਨਿਕ ਨੂੰ ਜਿਵੇਂ ਹੀ ਇਸ ਗੱਲ ਦੀ ਖਬਰ ਲੱਗੀ ਕਿ ਵਿਰੋਧੀਆਂ ਨੇ ਜਮਰਾਓ ਤੇ ਚੜ੍ਹਾਈ ਕਰ ਦਿੱਤੀ ਹੈ, ਹਰੀ ਸਿੰਘ ਤੁਰੰਤ ਹੀ ਪਸ਼ਾਵਰ ਤੋਂ ਚੱਲ ਕੇ ਜਮਰਾਓ ਪਹੁੰਚ ਗਿਆ, ਜਿੱਥੇ ਉਸ ਦੇ ਸਿਪਾਹੀ ਹਰ ਪਾਸਿਓਂ ਅਫਗਾਨੀਆਂ ਦੁਆਰਾ ਘਿਰੇ ਹੋਏ ਸਨ। ਹਰੀ ਸਿੰਘ ਨੂੰ ਅਚਾਨਕ ਹੀ ਯੁੱਧ ਦੇ ਮੈਦਾਨ ਵਿੱਚ ਦੇਖ ਕੇ ਅਫਗਾਨੀ ਸੈਨਾ ਵਿੱਚ ਭਾਜੜ ਪੈ ਗਈ। ਅਫਗਾਨੀ ਸੈਨਾ ਨੂੰ ਆਦੇਸ਼ ਦਿੱਤਾ ਗਿਆ ਕਿ ਜਿੰਨੀ ਛੇਤੀ ਹੋ ਸਕੇ ਹਰੀ ਸਿੰਘ ਨੂੰ ਮਾਰ ਦਿੱਤਾ ਜਾਵੇ, ਕਿਉਂਕਿ ਜਦੋਂ ਤੱਕ ਹਰੀ ਸਿੰਘ ਯੁੱਧ ਦੇ ਮੈਦਾਨ ਵਿੱਚ ਖੜਾ ਰਹੇਗਾ ਉਦੋਂ ਤੱਕ ਅਫਗਾਨੀਆਂ ਦਾ ਮਕਸਦ ਪੂਰਾ ਨਹੀਂ ਹੋ ਸਕੇਗਾ। ਯੁੱਧ ਸ਼ੁਰੂ ਹੋ ਚੁੱਕਿਆ ਸੀ। ਅਫਗਾਨੀਆਂ ਦੀ ਸਾਰੀ ਸੈਨਾ ਹਰੀ ਸਿੰਘ ਨੂੰ ਮਾਰਨ ਲਈ ਉਸ ਵੱਲ ਵਧ ਰਹੀ ਸੀ। ਦੋਵਾਂ ਸੈਨਾਵਾਂ ਵਿੱਚ ਘਮਸਾਨ ਮਚ ਗਿਆ। ਉਸ ਸਮੇਂ ਹਰੀ ਸਿੰਘ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਸੀ। ਇਸ ਦੇ ਬਾਵਜੂਦ ਵੀ ਉਹ ਆਪਣੀ ਜ਼ਮੀਨ ਨੂੰ ਬਚਾਉਣ ਲਈ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਲਈ ਯੁੱਧ ਦੇ ਮੈਦਾਨ ਵਿੱਚ ਡਟਿਆ ਰਿਹਾ। ਹਰੀ ਸਿੰਘ ਨੇ ਬੜੀ ਹੀ ਚਲਾਕੀ ਨਾਲ ਦੁਸ਼ਮਣਾਂ ਤੋਂ ਉਹਨਾਂ ਦਾ ਸਾਰਾ ਗੋਲਾ ਬਾਰੂਦ ਖੋਹ ਲਿਆ, ਪਰੰਤੂ ਇਸ ਕੋਸ਼ਿਸ਼ ਵਿੱਚ ਹਰੀ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹੋਣ ਦੇ ਬਾਵਜੂਦ ਵੀ ਹਰੀ ਸਿੰਘ ਲਗਾਤਾਰ ਦੁਸ਼ਮਣ ਦਾ ਮੁਕਾਬਲਾ ਕਰ ਰਿਹਾ ਸੀ। ਉਸ ਦੀ ਤਲਵਾਰ ਦਾ ਇੱਕ ਹੀ ਵਾਰ 5-5 ਦੁਸ਼ਮਣਾਂ ਨੂੰ ਢੇਰ ਕਰ ਰਿਹਾ ਸੀ। ਇਸ ਸਮੇਂ ਦੌਰਾਨ ਹੀ ਇੱਕ ਅਫਗਾਨੀ ਸਿਪਾਹੀ ਨੇ ਹਰੀ ਸਿੰਘ ਉੱਪਰ ਪਿੱਛੋਂ ਦੀ ਹਮਲਾ ਕਰ ਦਿੱਤਾ। ਵਾਰ ਇੰਨਾ ਜ਼ੋਰਦਾਰ ਸੀ ਕਿ ਹਰੀ ਸਿੰਘ ਨਹੀਂ ਬਚ ਸਕਿਆ ਅਤੇ ਸ਼ਹੀਦ ਹੋ ਗਿਆ। ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ।
ਹਰੀ ਸਿੰਘ ਨੇ ਆਪਣੀ ਮੌਤ ਤੋਂ ਬਾਅਦ ਵੀ ਆਪਣੀ ਜ਼ਮੀਨ ਨੂੰ ਦੁਸ਼ਮਣਾਂ ਤੋਂ ਬਚਾਇਆ। ਜਦੋਂ ਹਰੀ ਸਿੰਘ ਆਪਣੇ ਆਖਰੀ ਸਾਹ ਗਿਣ ਰਿਹਾ ਸੀ ਤਾਂ ਉਸ ਆਖਰੀ ਸਮੇਂ ਵਿੱਚ ਵੀ ਉਸ ਨੂੰ ਆਪਣੇ ਲੋਕਾਂ ਦੀ ਚਿੰਤਾ ਸੀ। ਉਸਨੇ ਆਪਣੇ ਸੈਨਿਕਾਂ ਨੂੰ ਇਹ ਹਦਾਇਤ ਦਿੱਤੀ ਕਿ ਮੇਰੀ ਮੌਤ ਦੀ ਖਬਰ ਦੁਸ਼ਮਣਾਂ ਨੂੰ ਨਹੀਂ ਮਿਲਣੀ ਚਾਹੀਦੀ। ਸੈਨਿਕਾਂ ਨੇ ਹਰੀ ਸਿੰਘ ਦੀ ਆਗਿਆ ਦਾ ਪਾਲਨ ਕੀਤਾ ਅਤੇ ਉਹਨਾਂ ਦੇ ਸ਼ਹੀਦ ਹੋਣ ਦੀ ਖਬਰ ਅਫਗਾਨੀਆਂ ਤੱਕ ਨਹੀਂ ਪਹੁੰਚਣ ਦਿੱਤੀ। ਉਧਰ ਦੂਜੇ ਪਾਸੇ ਅਫਗਾਨੀ ਸੈਨਾ ਵਿੱਚ ਹਰੀ ਸਿੰਘ ਦਾ ਬਹੁਤ ਹੀ ਖਤਰਨਾਕ ਭੈ ਸੀ ਕਿ ਹਰੀ ਸਿੰਘ ਦੀ ਮੌਤ ਤੋਂ ਬਾਅਦ ਵੀ ਉਹ ਉਸ ਨੂੰ ਜਿਉਂਦਾ ਸਮਝ ਰਹੇ ਸਨ ਅਤੇ ਕਿਲੇ ਦੇ ਅੰਦਰ ਵੜਨ ਤੋਂ ਡਰ ਰਹੇ ਸਨ। ਹਰੀ ਸਿੰਘ ਦੀ ਮੌਤ ਤੋਂ ਬਾਅਦ ਵੀ ਅਫਗਾਨੀ ਸੈਨਾ ਇੱਕ ਹਫ਼ਤੇ ਤੱਕ ਕਿਲੇ ਦੇ ਬਾਹਰ ਇੰਤਜ਼ਾਰ ਕਰਦੀ ਰਹੀ, ਪਰੰਤੂ ਉਹਨਾਂ ਦੀ ਹਿੰਮਤ ਨਹੀਂ ਸੀ ਹੋਈ ਕਿ ਉਹ ਕਿਲੇ ਦੇ ਅੰਦਰ ਜਾ ਸਕਣ। ਇੱਕ ਹਫ਼ਤਾ ਹੋਣ ਵਾਲਾ ਸੀ ਕਿ ਉਦੋਂ ਤੱਕ ਲਾਹੌਰ ਤੋਂ ਸਿੱਖ ਸੈਨਾ ਯਮਰੌਦ ਪਹੁੰਚ ਗਈ ਅਤੇ ਅਫਗਾਨੀਆਂ ਨੂੰ ਆਪਣੀ ਜਾਨ ਬਚਾ ਕੇ ਉੱਥੋਂ ਭੱਜਣਾ ਪਿਆ। ਇਸ ਤਰ੍ਹਾਂ ਇਸ ਮਹਾਨ ਯੋਧੇ ਹਰੀ ਸਿੰਘ ਨਲੂਏ ਨੇ ਆਪਣੀ ਮੌਤ ਤੋਂ ਬਾਅਦ ਵੀ ਨਾ ਸਿਰਫ ਹਿੰਦੁਸਤਾਨ ਦੀ ਜ਼ਮੀਨ ਨੂੰ ਬਚਾਇਆ, ਬਲਕਿ ਇੱਕ ਸੰਦੇਸ਼ ਵੀ ਦਿੱਤਾ ਕਿ ਹਿੰਦੁਸਤਾਨ ਦੀ ਜ਼ਮੀਨ ਵਿੱਚ ਕਿੰਨੇ ਬਿਹਤਰੀਨ ਯੋਧਿਆਂ ਨੇ ਜਨਮ ਲਿਆ ਹੈ। ਅੱਜ ਭਾਵੇਂ ਸਾਡੇ ਹਿੰਦੁਸਤਾਨ ਦੇ ਇਤਿਹਾਸ ਦੇ ਪੰਨਿਆਂ ਵਿੱਚੋਂ ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧਿਆਂ ਨੂੰ ਭੁਲਾ ਦਿੱਤਾ ਗਿਆ ਹੋਵੇ, ਪਰੰਤੂ ਅੱਜ ਵੀ ਪੂਰੀ ਦੁਨੀਆ ਵਿੱਚ ਇਸ ਮਹਾਨ ਯੋਧੇ ਦੀਆਂ ਕਹਾਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਜਿਸ ਪੰਜਾਬ ਵਿੱਚ ਹਰੀ ਸਿੰਘ ਨਲੂਏ ਦਾ ਜਨਮ ਹੋਇਆ ਸੀ, ਉਸ ਪੰਜਾਬ ਦਾ ਇੱਕ ਵੱਡਾ ਹਿੱਸਾ ਹੁਣ ਪਾਕਿਸਤਾਨ ਵਿੱਚ ਹੈ। ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਪੰਜਾਬ ਦੀ ਧਰਤੀ ਲਈ ਹਰੀ ਸਿੰਘ ਨਲੂਏ ਨੇ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਦਿੱਤਾ ਸੀ, ਉੱਥੋਂ ਦੀ ਸਰਕਾਰ ਅਤੇ ਉੱਥੋਂ ਦੇ ਲੋਕ ਇਸ ਯੋਧੇ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਉਹ ਭੁੱਲ ਚੁੱਕੇ ਹਨ ਕਿ ਜਿਸ ਮਿੱਟੀ ਵਿੱਚ ਉਹ ਰਹਿੰਦੇ ਹਨ, ਕਦੇ ਇਸ ਮਿੱਟੀ ਦੀ ਇੱਜ਼ਤ ਬਚਾਉਣ ਲਈ ਇੱਕ ਮਹਾਨ ਯੋਧੇ ਹਰੀ ਸਿੰਘ ਨਲੂਏ ਨੇ ਆਪਣੀ ਜਾਨ ਵਾਰ ਦਿੱਤੀ ਸੀ। ਦੋਸਤੋ, ਹਿੰਦੁਸਤਾਨ ਦੀ ਧਰਤੀ ਤੇ ਜਨਮੇ ਇੱਕ ਐਸੇ ਮਹਾਨ ਯੋਧੇ ਦੀ ਕਹਾਣੀ ਜਿਸ ਨੂੰ ਹਿੰਦੁਸਤਾਨ ਦੇ ਹਰ ਇੱਕ ਇਨਸਾਨ ਨੂੰ ਨਾ ਸਿਰਫ ਜਾਣਨਾ ਚਾਹੀਦਾ ਹੈ, ਬਲਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਧਰਤੀ ਨੇ ਕਿੰਨੇ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਲਈ ਆਪਣੀ ਜਾਨ ਤੋਂ ਵੱਧ ਪਿਆਰੀ ਆਪਣੀ ਧਰਤੀ ਸੀ। ਮਰਦੇ ਦਮ ਤੱਕ ਆਪਣੀ ਧਰਤੀ ਅਤੇ ਆਪਣੇ ਲੋਕਾਂ ਲਈ ਲੜਨ ਵਾਲੇ ਇਸ ਮਹਾਨ ਯੋਧੇ ਹਰੀ ਸਿੰਘ ਨਲੂਏ ਨੂੰ ਕੋਟ-ਕੋਟ ਪ੍ਰਣਾਮ। ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤੇ ਸਰਦਾਰ ਹਰੀ ਸਿੰਘ ਨਲੂਏ ਦੀ ਇਸ ਕਹਾਣੀ ਨੂੰ ਆਪਣੇ ਚਾਹਣ ਵਾਲਿਆਂ ਤੇ ਮਿੱਤਰ ਪਿਆਰਿਆਂ ਨਾਲ ਜ਼ਰੂਰ ਸਾਂਝਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਵੋ। ਧੰਨਵਾਦ।